श्री वाहिगुरु जी। एक ओंकार सतनाम करता पुरख निर्भव निर्वैर अकाल मूरत अजूनी सैभं गुर प्रसाद चकर चहन यार बरन जात यार पात नहन जे रूप रंग यार रेख पेख को कह न सकत केहे अचल मूरत अन भव प्रकाश अम तोज कह जय कोट इंद्र इंद्राण साहे साहाण गणजय त्रिभुवन महीप सुर नर असुर नेत नेत बान तृण कहत तब सर्ब नाम कथै कवन करम नाम बरनत सुमत प्रभ दातो दातार पर्यो जाचक एक सरना मिलै दान संत रे न जेहि लग भव जल तरना बेनत करो अरदास सुनो जे ठाकुर भावै देहो दरस मन चाओ भगत एहो मन ठहरावै बले ओ चराग अंधियार में सब कल उदरी एक नाम धर्म प्रगट सगल हर भवन में जन नानक गुर पार ब्रह्म प्रगट सगल हर भवन में जन नानक गुर पार ब्रह्म एक मन पुरख ध्याए बर दाता संत सहार सदा विख्याता तास चरण ले हृदय बसावों तो परम गुरु नानक गुण गावों गावों गुण परम गुरु सुख सागर दुरत निवारण शब्द सरे गावह गंभीर तीर मत सागर जोगी जंगम ध्यान धरे गावह इंद्राद भगत प्रहलाद कया तम रस जिन जानियो कब कल सुजस गावो गुर नानक राज जोग जिन माणियो हम अवगुण भरे एक गुण नाही अमृत छाड़ बिख बिख खाई माया मोह भरम पै भूले सुत दारा स्यों एक उत्तम पंथ सुनो गुर संगत तिह मिलंत जाम त्रास एक अरदास पाठ कीरत की गुर रामदास राखो शरणाई सुख
ਕਹੋ ਟਲ ਗੁਰ ਸੇਵੀਐ ਅਹਨਿਸ ਸਹਜ ਸੁਭਾਏ ਦਰਸ਼ਨ ਪਰਸੈ ਗੁਰੂ ਕਾ ਜਨਮ ਮਰਨ ਦੁਖ ਜਾਏ ਸਿਫਤ ਖਸੰਮੰਦੀ ਨੂਰ ਅਰਸੋਂ ਕੁਰਸੋਂ ਚੱਟੀਐ ਸੱਚੇ ਪਾਤਸ਼ਾਹ ਪਾਲ ਜਨਮ ਜਨਮ ਦੀ ਕੱਟੀਐ ਸੱਚਾ ਪਾਤਸ਼ਾਹ ਸਿਰ ਸਾਹਾਂਦਾ ਸ਼ਾਹ ਇਸ ਪਾਸ ਬੈਠਿਆ ਸੋਹੀਐ ਸਭਨਾ ਦਾ ਬੇਸਾ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਜੇਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਈਏ ਵਸਾਇਆ ਸੁਖ ਸਾਗਰ ਗੁਰ ਪਾਇਆ ਤਾ ਸਹਸਾ ਸਗਲ ਮਿਟਾਇਆ ਜੇਤ ਪਾਰ ਬ੍ਰਹਮ ਚਿਤ ਆਇਆ ਸੋ ਘਰ ਦਈਏ ਵਸਾਇਆ ਸੁਖ ਸਾਗਰ ਗੁਰ ਪਾਇਆ ਤਾ ਸਹਸਾ ਸਗਲ ਮਿਟਾਇਆ ਹਰ ਕੇ ਨਾਮ ਕੀ ਵਡਿਆਈ ਆਠ ਪਹਿਰ ਗੁਣ ਗਾਈ ਗੁਰ ਪੂਰੇ ਤੇ ਪਾਈ ਰਹਾਉ ਪ੍ਰਭ ਕੀ ਅਕਥ ਕਹਾਣੀ ਜਾਨ ਬੁਲ ਹੈ ਅੰਮ੍ਰਿਤ ਬਾਣੀ ਨਾਨਕ ਦਾਸ ਬਖਾਣੀ ਗੁਰ ਪੂਰੇ ਤੇ ਜਾਣੀ ਪ੍ਰਭ ਕੀ ਅਕਥ ਕਹਾਣੀ ਜਨਮ ਬੁਲ ਹੈ ਅੰਮ੍ਰਿਤ ਬਾਣੀ ਨਾਨਕ ਦਾਸ ਬਖਾਣੀ ਗੁਰ ਪੂਰੇ ਤੇ ਜਾਣੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। परम सम्मान योग सत्कार योग गुरु की साजी और नवाजी हुई गुरु का खास रूप गुरु खालसा साध संगत जियो धनता दे पात्र हो। अमृत वेले तो साहिब नौवें गुरुदेव मेहरबान जगत साई ਧੰਨ 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 ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਚਰਨ ਛੋਹ ਪ੍ਰਾਪਤ ਇਤਿਹਾਸਕ ਸਥਾਨ ਤੇ
ਹਾਜ਼ਰੀਆਂ ਭਰ ਕੇ ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਦਰਸ਼ਨ ਪਰਸ ਰਹੇ। ਤੁਰਕੀ ਅਕਾਲੀ ਬਾਣੀ ਸ੍ਰੀ ਆਸਾ ਜੀ ਦੀ ਵਾਰ ਦੇ ਸ਼ਬਦ ਕੀਰਤਨ, ਸਤਿਗੁਰਾਂ ਦੇ ਪਾਵਨ ਦਰਬਾਰ ਦੇ ਹਜ਼ੂਰੀ ਕੀਰਤਨੀਏ ਸਿੰਘਾਂ ਪਾਸੋਂ ਆਪ ਜੀ ਨੇ ਬਹੁਤ ਹੀ ਅਦਬ ਸਤਿਕਾਰ ਸਹਿਤ ਸਰਵਣ ਕੀਤੇ ਹਨ। ਅੰਮ੍ਰਿਤ ਵੇਲੇ ਬਖਸ਼ਿਸ਼ ਕੀਤੇ ਗਏ ਪਾਵਨ ਪਵਿੱਤਰ ਮਹਾਵਾਕ, ਮੁੱਖ ਵਾਕ, ਹੁਕਮਨਾਮੇ ਆਪਾਂ ਵਿਚਾਰਨ ਵਾਸਤੇ ਗੁਰੂ ਚਰਨਾਂ 'ਚ ਜੁੜ ਬੈਠੇ ਹਾਂ। ਆਓ ਕੁਝ ਸਮੇਂ ਲਈ ਆਪਣੀਆਂ ਸੁਰਤੀਆਂ ਬਿਰਤੀਆਂ ਇਕਾਗਰ ਕਰਕੇ ਗੁਰੂ ਸ਼ਬਦ ਨਾਲ ਜੋੜੀਏ। ਅਰਦਾਸ ਕਰੀਏ ਕਿ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਆਪਣੇ ਸੂਖਮ ਸ਼ਬਦ ਦੀ ਸੂਝ ਸਾਡੀ ਸੁਰਤ ਵਿੱਚ, ਸਾਡੀ ਬੁੱਧੀ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਦਾਨ ਕਰਨ। ਸ਼ਬਦ ਤੇ ਸੁਰਤ ਇਹਨਾਂ ਦੋਨਾਂ ਦਾ ਸੁਮੇਲ ਹੈ। ਸਥੂਲ ਸਰੀਰ ਦੇ ਵਿੱਚ ਸ਼ਬਦ ਨਹੀਂ ਟਿਕਦਾ, ਕਿਉਂਕਿ ਸ਼ਬਦ ਸੂਖਮ ਹੈ। ਸ਼ਬਦ ਦਾ ਰੂਪ ਨਹੀਂ, ਸ਼ਬਦ ਦਾ ਆਕਾਰ ਨਹੀਂ। ਮੇਰੇ ਵੱਲੋਂ ਬੋਲੇ ਜਾ ਰਹੇ ਸ਼ਬਦ ਤੁਹਾਡੇ ਤੱਕ ਪਹੁੰਚ ਰਹੇ ਨੇ, ਪਰ ਨਜ਼ਰ ਨਹੀਂ ਆਉਂਦੇ, ਕਿਉਂਕਿ ਸ਼ਬਦ ਸੂਖਮ ਹੈ। ਇਹ ਕੇਵਲ ਸੁਰਤ ਵਿੱਚ ਆ ਕੇ ਵਸਦਾ, ਕਿਉਂਕਿ ਸੁਰਤੀ ਵੀ ਸੂਖਮ ਹੈ। ਅਸੀਂ ਕੋਈ ਵੀ ਗਹਿਨ ਵਿਚਾਰ ਕਰਨੀ ਹੋਵੇ, ਸੁਰਤ ਨੂੰ ਇਕਾਗਰ ਕਰਕੇ ਵਿਚਾਰ ਕਰਦੇ ਹਾਂ। ਕਿਸੇ ਵੀ ਤਰ੍ਹਾਂ ਦਾ ਕੋਈ ਮਸਲਾ ਵਿਚਾਰਿਆ ਜਾਂਦਾ, ਸੁਰਤ ਨੂੰ ਇਕਾਗਰ ਕਰਕੇ ਵਿਚਾਰਿਆ ਜਾਂਦਾ, ਕਿਉਂਕਿ ਸੂਖਮ ਸੁਰਤ ਦੇ ਵਿੱਚ ਹੀ ਸੂਖਮ ਵਿਚਾਰ ਚੱਲਦੀ ਹੈ। ਗੁਰੂ ਬਾਬਾ ਜੀ ਨੂੰ ਜਦੋਂ ਸਿੱਧਾਂ ਨੇ ਪੁੱਛਿਆ ਤੁਹਾਡਾ ਗੁਰੂ ਕੌਣ ਹੈ, ਤਾਂ ਮਹਾਰਾਜ ਜੀ ਨੇ ਜਿੱਥੇ ਸ਼ਬਦ ਨੂੰ ਗੁਰੂ ਕਿਹਾ, ਉੱਥੇ ਸੁਰਤੀ ਨੂੰ ਚੇਲਾ ਕਿਹਾ ਕਿ ਸੁਰਤ ਜਿਹੜੀ ਆ ਉਹ ਚੇਲਾ ਹੈ। ਸ਼ਬਦ ਗੁਰੂ, ਸੁਰਤ ਧੁਨ ਚੇਲਾ। ਕਿਉਂਕਿ ਜੇ ਸਾਹਿਬ ਕਹਿੰਦੇ ਕਿ ਸਰੀਰ ਚੇਲਾ, ਤੇ ਫਿਰ ਸਿੱਧਾਂ ਨੇ ਕਹਿਣਾ ਸੀ ਕਿ ਸੂਖਮ ਸ਼ਬਦ ਦਾ ਚੇਲਾ ਸਥੂਲ ਸਰੀਰ ਕਿਵੇਂ ਹੋ ਸਕਦਾ ਹੈ। ਉਹਨਾਂ ਦੇ ਸਵਾਲ ਕਰਨ ਤੋਂ ਪਹਿਲਾਂ ਹੀ ਮਹਾਰਾਜ ਜੀ ਜਾਣਦੇ ਸਨ ਕਿ ਇਹ ਸਵਾਲ ਕਰਨਗੇ, ਉਹਦਾ ਜਵਾਬ ਦੇ ਦਿੰਦੇ ਹੈ। ਤੋ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਅਰਦਾਸ, ਮਹਾਰਾਜ ਸੱਚੇ ਪਾਤਸ਼ਾਹ ਆਪਣੇ ਸ਼ਬਦ ਦੀ ਸੋਝੀ ਪ੍ਰਦਾਨ ਕਰਨ। ਆਓ ਸੁਰਤ ਇਕਾਗਰ ਕਰਕੇ ਮਹਾਰਾਜ ਜੀ ਦੇ ਪਾਵਨ ਪਵਿੱਤਰ ਸ਼ਬਦ ਦੀ ਵਿਚਾਰ ਨਾਲ ਜੁੜੀਏ। ਹਾਜ਼ਰੀਆਂ ਲਵਾਉਣ ਨਿਮਿਤ ਆਪਣੀ ਰਸਨਾ ਨੂੰ ਪਵਿੱਤਰ ਕਰਦੇ ਆਖੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਪੰਜਵਾ। ਜਿਤ ਪਾਰ ਬ੍ਰਹਮ ਚਿਤ ਆਇਆ। ਰਾਗ ਸੋਰਠ ਹੈ ਔਰ ਪੰਜਵੇਂ ਪਾਤਸ਼ਾਹ ਜਗਤ ਗੁਰੂ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ ਉਚਾਰਨ ਕੀਤਾ ਹੋਇਆ ਪਾਵਨ ਪਵਿੱਤਰ ਸ੍ਰੀ ਮੁੱਖ ਵਾਕ ਸ਼ਬਦ ਹੈ। ਪੰਚਮ ਗੁਰਦੇਵ ਫਰਮਾਨ ਕਰਦੇ ਹਨ ਕਿ ਜਿਨ੍ਹਾਂ ਨੂੰ ਆਪਣੇ ਚਿੱਤ ਵਿੱਚ ਉਹ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਦੀ ਯਾਦ ਆਈ ਹੈ, ਜਿਨ੍ਹਾਂ ਦੇ ਚਿੱਤ ਵਿੱਚ ਉਹ ਪਾਰ ਬ੍ਰਹਮ ਪ੍ਰਗਟ ਹੋਇਆ, ਜਿਨ੍ਹਾਂ ਦੇ ਚਿੱਤ ਵਿੱਚ ਉਹ ਪਾਰ ਬ੍ਰਹਮ ਪਰਮੇਸ਼ਰ ਦਾ ਸਵਰੂਪ ਸਾਖਸ਼ਾਤਕਾਰ ਹੋਇਆ। ਵਸਦਾ ਤਾਂ ਸਾਰਿਆਂ ਦੇ ਹਿਰਦੇ ਵਿੱਚ ਹੈ, ਚੋਰਾਂ ਦੇ ਹਿਰਦਿਆਂ ਵਿੱਚ ਵੀ ਵਸਦਾ ਤੇ ਸਾਧਾਂ ਦੇ ਹਿਰਦਿਆਂ ਵਿੱਚ ਵੀ ਵਸਦਾ। ਨਿਰੰਕਾਰ ਅਕਾਲ ਪੁਰਖ ਧਰਮੀਆਂ ਦੇ ਹਿਰਦਿਆਂ ਵਿੱਚ ਵੀ ਵਸਦਾ, ਅਧਰਮੀਆਂ ਦੇ ਹਿਰਦਿਆਂ ਵਿੱਚ ਵੀ ਵਸਦਾ। ਉਹ ਤਾਂ ਸਾਰਿਆਂ ਘਾਟਾਂ ਵਿੱਚ ਰਹਿੰਦਾ। ਘਟ ਘਟ ਮੈਂ ਹਰ ਜੂ ਬਸੈ। ਪਾਣੀ ਸਾਰੀ ਧਰਤੀ ਥੱਲੇ ਹੈ, ਪਰ ਸਰੋਵਰਾਂ ਵਿੱਚ ਤਾਲਾਂ ਵਿੱਚ ਪ੍ਰਗਟ ਹੁੰਦਾ ਹੈ।
ਵਾਹਿਗੁਰੂ ਪਰਮੇਸ਼ਰ ਵਸਦਾ ਭਾਵੇਂ ਸੰਸਾਰ ਦੇ ਸਮਸਤ ਜੀਵਾਂ ਵਿੱਚ ਹੈ, ਕੀੜੀ ਤੋਂ ਹਾਥੀ ਪਰਯੰਤ ਤੱਕ, ਮੱਛਰ ਤੋਂ ਗਰੜ ਪਰਯੰਤ ਤੱਕ, ਇੱਕ ਛੋਟੇ ਜਿਹੇ ਘਾਹ ਦੇ ਕਿਣਕੇ ਤੋਂ ਲੈ ਕੇ ਚੰਦਨ ਤੱਕ ਜਿਤਨੇ ਵੀ ਜੀਵ ਨੇ ਸਭ ਵਿੱਚ ਵਸਦਾ ਹੈ। ਪਰ ਸਾਖਸ਼ਾਤਕਾਰ ਜਿਨ੍ਹਾਂ ਦੇ ਹਿਰਦਿਆਂ ਵਿੱਚ ਹੁੰਦਾ ਹੈ ਉਹ ਕੇਵਲ ਗੁਰਮੁਖ ਨੇ, ਜਿਹੜੇ ਗੁਰੂ ਵਾਲੇ ਹਨ। ਉਹਨਾਂ ਦੇ ਅੰਦਰ ਸਾਖਸ਼ਾਤਕਾਰ ਹੋ ਜਾਂਦਾ ਹੈ। ਤੋ ਜਿਨ੍ਹਾਂ ਦੇ ਹਿਰਦਿਆਂ ਵਿੱਚ ਉਹ ਪਾਰ ਬ੍ਰਹਮ ਪਰਮੇਸ਼ਰ ਚੇਤੇ ਆਇਆ, ਯਾਨੀ ਕਿ ਸਾਖਸ਼ਾਤਕਾਰ ਹੋ ਗਿਆ। ਹਾਂਜੀ, ਸੋ ਘਰ ਦਈਏ ਵਸਾਇਆ। ਦਈਏ ਦਾ ਮਤਲਬ ਹੁੰਦਾ ਪ੍ਰੇਰਕ, ਪ੍ਰੇਰਨੇ ਵਾਲਾ, ਜਿਹੜਾ ਸੰਸਾਰ ਦੇ ਸਮਸਤ ਜੀਵਾਂ ਨੂੰ ਪ੍ਰੇਰਨ ਵਾਲਾ ਹੈ। ਸਾਰਿਆਂ ਨੂੰ ਪ੍ਰੇਰਨ ਵਾਲਾ ਤਾਂ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ ਨਾ। ਸਾਰਿਆਂ ਦੀਆਂ ਡੋਰੀਆਂ ਉਹਦੇ ਹੱਥ ਵਿੱਚ ਨੇ। ਜਿਹਨੂੰ ਜਿੱਥੇ ਪ੍ਰੇਰ ਕੇ ਜਿਹੋ ਜੀ ਕਿਰਿਆ ਕਰਾਉਂਦਾ ਉਦਾਂ ਦੇ ਜੀਵ ਕਿਰਿਆਵਾਂ ਕਰਦੇ ਹਨ। ਨਿਯੰਤਾ ਤਾਂ ਅਕਾਲ ਪੁਰਖ ਹੈ ਨਾ। ਮਨੁੱਖ ਆਪਣੀ ਸਵੈ ਇੱਛਾ ਨਾਲ ਤਾਂ ਨਹੀਂ ਕਰ ਸਕਦਾ ਕੁਝ। ਇਹਦੇ ਕਰਮਾਂ ਦੇ ਮੁਤਾਬਕ, ਜੋ ਇਹਨੇ ਕਰਮ ਕੀਤੇ ਨੇ ਉਹਦੇ ਮੁਤਾਬਕ ਪਰਮੇਸ਼ਰ ਨੇ ਆਪਣੇ ਹੱਥ ਵਿੱਚ ਡੋਰ ਪਕੜ ਕੇ ਉਦਾਂ ਦੇ ਅੱਗੇ ਕਰਮ ਕਰਵਾ ਰਿਹਾ। ਤੋ ਨਿਰੰਕਾਰ ਅਕਾਲ ਪੁਰਖ ਪਰਮੇਸ਼ਰ ਪ੍ਰੇਰਕ ਹੈ। ਦਈਏ, ਉਹ ਦਈਏ ਪ੍ਰੇਰਕ, ਉਸ ਨੇ ਉਹਨਾਂ ਦੇ ਹਿਰਦੇ ਰੂਪੀ ਘਰ ਨੂੰ ਸ਼ੁਭ ਗੁਣਾਂ ਨਾਲ ਵਸਾ ਦਿੱਤਾ। ਜਿਨ੍ਹਾਂ ਦੇ ਹਿਰਦੇ ਵਿੱਚ ਪਾਰ ਬ੍ਰਹਮ ਪਰਮੇਸ਼ਰ ਦੀ ਯਾਦ ਆਉਂਦੀ ਹੈ। ਜਿੱਥੇ ਨਿਰੰਕਾਰ ਦੀ ਯਾਦ ਆ ਉਹ ਘਰ ਵਸਦਾ ਹੈ। ਸ਼ੁਭ ਗੁਣਾਂ ਦੇ ਸਹਿਤ ਉਹ ਘਰ ਸੰਪੰਨ ਹੋ ਜਾਂਦਾ। ਪੁੱਛਦੇ ਨੇ ਪਹਿਲਾਂ ਗੁਣ ਧਾਰਨ ਕਰੀਏ ਫਿਰ ਨਾਮ ਜਪੀਏ, ਜਾਂ ਨਾਮ ਜਪੀਏ ਫਿਰ ਸ਼ੁਭ ਗੁਣ ਆਉਣੇ ਸ਼ੁਰੂ ਹੁੰਦੇ ਆ। ਤਾਂ ਪਾਤਸ਼ਾਹ ਕਹਿੰਦੇ ਆ ਸਾਧਨਾ ਕਰਦਿਆਂ, ਪਰਮੇਸ਼ਰ ਦਾ ਚਿੰਤਨ ਕਰਦਿਆਂ ਸੁਤੇ ਸਿੱਧ ਸ਼ੁਭ ਗੁਣ ਆਪਣੇ ਹਿਰਦੇ 'ਚ ਪ੍ਰਵੇਸ਼ ਕਰਨ ਲੱਗ ਪੈਂਦੇ ਹਨ। ਤੋ ਉਹਨਾਂ ਦੇ ਹਿਰਦੇ ਰੂਪੀ ਘਰਾਂ ਨੂੰ ਵਾਹਿਗੁਰੂ ਜੀ ਨੇ ਸ਼ੁਭ ਗੁਣਾਂ ਦੇ ਨਾਲ ਵਸਾ ਦਿੱਤਾ। ਉਹਨਾਂ ਨੂੰ ਸਤ, ਸੰਤੋਖ, ਦਇਆ, ਖਿਮਾ, ਇੱਕ ਇੱਕ ਗੁਣ ਇਤਨਾ ਕੀਮਤੀ ਹੈ ਕਿ ਇਹਦਾ ਕੋਈ ਮੁੱਲ ਨਹੀਂ। ਤੁਸੀਂ ਸੰਤੋਖ ਕੀ ਦੇ ਕੇ ਖਰੀਦ ਸਕਦੇ ਹੋ? ਸਾਡੇ ਕੋਲ ਜਿਤਨੀ ਜਾਇਦਾਦ ਹੋਵੇ, ਜਿਤਨੀ ਸੰਪਦਾ ਹੋਵੇ, ਉਹ ਦੇਣ ਤੋਂ ਬਾਅਦ ਆਖੀਏ ਸਾਨੂੰ ਸੰਤੋਖ ਮਿਲ ਜੇ ਮੁੱਲ, ਲੈ ਸਕਦੇ ਹਾਂ ਕਿਤੋਂ? ਸਬਰ ਸਾਨੂੰ ਮਿਲ ਸਕਦਾ ਕਿਤੋਂ? ਕਿਸੇ ਦੁਕਾਨ ਤੋਂ। ਦਇਆ ਕਿਤੋਂ ਮਿਲ ਸਕਦੀ ਹੈ? ਇਤਨਾ ਕੀਮਤੀ ਗੁਣ ਹੈ, ਇਹਦਾ ਕੋਈ ਮੁੱਲ ਹੈ? ਵਿਰਾਗ, ਵਿਵੇਕ, ਕਿਤਨੇ ਸ਼ੁਭ ਗੁਣ ਨੇ। ਇਹ ਸ਼ੁਭ ਗੁਣਾਂ ਦੇ ਸਹਿਤ ਵਾਹਿਗੁਰੂ ਜੀ ਉਹਨਾਂ ਦੇ ਹਿਰਦੇ ਰੂਪੀ ਘਰ ਨੂੰ ਵਸਾ ਦਿੰਦੇ ਹਨ। ਜਿਨ੍ਹਾਂ ਦੇ ਹਿਰਦੇ ਵਿੱਚ ਪਾਰ ਬ੍ਰਹਮ ਪਰਮੇਸ਼ਰ ਅਕਾਲ ਪੁਰਖ ਪਰਮੇਸ਼ਰ ਦੀ ਯਾਦ ਆਉਂਦੀ ਹੈ। ਸੁਖ ਸਾਗਰ ਗੁਰ ਪਾਇਆ। ਵਾਹਿਗੁਰੂ ਜੀ ਸੁੱਖਾਂ ਦੇ ਸਾਗਰ ਹਨ, ਸੁੱਖਾਂ ਦੇ ਸਮੁੰਦਰ ਹਨ। ਸੁਖ ਸਾਗਰ ਗੁਰ ਪਾਇਆ। ਵਾਹਿਗੁਰੂ ਜੀ ਸੁੱਖਾਂ ਦੇ ਸਾਗਰ ਨੇ, ਸੁੱਖਾਂ ਦੇ ਸਮੁੰਦਰ ਨੇ। ਸੁੱਖਾਂ ਦਾ ਜੋ ਸਾਗਰ ਵਾਹਿਗੁਰੂ ਹੈ, ਗੁਰੂ ਪਾਤਸ਼ਾਹ ਨੇ ਐਸਾ ਸੁੱਖਾਂ ਦਾ ਸਾਗਰ ਗੁਰਮੁਖਾਂ ਨੂੰ ਪ੍ਰਾਪਤ ਹੋਇਆ। ਸੁਖ ਸਾਗਰ ਗੁਰ ਪਾਇਆ। ਗੁਰੂ ਸੁੱਖਾਂ ਦਾ ਸਾਗਰ ਹੈ, ਗੁਰੂ ਸਮੁੰਦਰ ਹੈ ਸੁੱਖਾਂ ਦਾ। ਸਾਰੇ ਸੁੱਖ ਸਤਿਗੁਰੂ ਸੱਚੇ ਪਾਤਸ਼ਾਹ ਜੀ ਵਿੱਚ ਹਨ। ਜਿਹੜੇ ਦੁੱਖ ਨੇ ਉਹ ਸਾਡੇ ਕਰਮਾਂ ਦਾ ਬੀਜ ਹੈ। ਅਸੀਂ ਜੈਸੇ ਕਰਮ ਕੀਤੇ ਨੇ ਤਿਸ ਦਾ ਫਲ ਹੈ। ਪਰ ਸੁੱਖ ਉਹ ਸਾਰੇ ਸਤਿਗੁਰੂ ਜੀ ਵਿੱਚ ਹਨ। ਉਹ ਤਾਂ ਅਸੀਂ ਵੇਖਣਾ ਹੈ ਕਿ ਅਸੀਂ ਦੁੱਖ ਤਿਆਗਣੇ ਨੇ ਤੇ ਸੁੱਖਾਂ ਨੂੰ ਗ੍ਰਹਿਣ ਕਰਕੇ ਲੈ ਕੇ ਜਾਣਾ। ਪਾਤਸ਼ਾਹ ਦੇ ਬਚਨ ਨੇ, ਦੁੱਖ ਪਰ ਹਰ ਸੁੱਖ ਘਰ ਲੈ। ਦੁੱਖਾਂ ਦਾ ਤਿਆਗ ਕਰਕੇ ਸੁੱਖਾਂ ਨੂੰ ਗ੍ਰਹਿਣ ਕਰਕੇ ਜਾਓ ਭਾਈ। ਦੁੱਖ ਸਾਡੇ ਚਿਤਵਨੀ ਵਿੱਚ ਨੇ, ਸਾਡੇ
ਜ਼ਿਹਨ ਵਿੱਚ ਨੇ ਜੋ ਅਸੀਂ ਕਿਸੇ ਪ੍ਰਤੀ ਦਵੈਸ਼ ਪਾਲ ਲਈਏ ਤਾਂ ਦੁੱਖ, ਕਿਸੇ ਪ੍ਰਕਾਰ ਦਾ ਕੋਈ ਵਿਕਾਰ ਸਫੁਰਤ ਹੁੰਦਾ ਤਾਂ ਦੁੱਖ, ਮਨ ਦਾ ਵਿਚਲਿਤ ਭਾਵ ਹੋ ਜਾਵੇ, ਮਨ ਅਸ਼ਾਂਤ ਹੋ ਜਾਵੇ ਤਾਂ ਦੁੱਖ। ਇਹ ਅਸੀਂ ਪਕੜੇ ਹੋਏ ਨੇ। ਪਾਤਸ਼ਾਹ ਕਹਿੰਦੇ ਇਹਨਾਂ ਨੂੰ ਛੱਡੋ ਤੇ ਸੁੱਖ ਲੈ ਜਾਓ, ਮੈਂ ਤਾਂ ਸੁੱਖ ਦੇ ਰਿਹਾ ਸਾਰਿਆਂ ਨੂੰ। ਸਤਿਗੁਰੂ ਜੀ ਸੁੱਖਾਂ ਦੇ ਸਾਗਰ ਹਨ। ਐਸਾ ਜੋ ਸੁੱਖਾਂ ਦਾ ਸਾਗਰ ਗੁਰੂ ਜਿਨ੍ਹਾਂ ਗੁਰਮੁਖਾਂ ਨੇ ਪਾ ਲਿਆ, ਤਾ ਸਹਸਾ ਸਗਲ ਮਿਟਾਇਆ। ਤਾਂ ਸਹਸਾ ਸਗਲ ਮਿਟਾਇਆ। ਉਹਨਾਂ ਦੇ ਅੰਦਰ ਜਿੰਨਾ ਸਹਸਾ ਹੈ, ਸਹਸਾ ਕਹਿੰਦੇ ਆ ਸੰਸੇ ਨੂੰ, ਡਰ ਕਹਿ ਸਕਦੇ ਆ, ਡਰ, ਸਹਿਮ। ਡਰ ਕਿੰਨੇ ਪ੍ਰਕਾਰ ਦੇ ਨੇ, ਸਹਿਮ ਕਿੰਨੇ ਪ੍ਰਕਾਰ ਦੇ ਨੇ, ਸੰਸੇ ਕਿੰਨੇ ਪ੍ਰਕਾਰ ਦੇ ਨੇ। ਤਾਂ ਉਹਨਾਂ ਦੇ ਹਿਰਦਿਆਂ ਵਿੱਚੋਂ ਸਹਸਾ ਮਿਟ ਜਾਂਦਾ ਹੈ, ਡਰ ਨਿਰਵਿਰਤ ਹੋ ਜਾਂਦਾ। ਤਾਂ ਸਹਸਾ ਸਗਲ ਮਿਟਾਇਆ। ਤਾਂ ਉਹਨਾਂ ਅੰਦਰੋਂ ਸਾਰੇ ਸਹਸੇ, ਸਾਰੇ ਡਰ ਮਿਟ ਜਾਂਦੇ ਹਨ। ਹਰ ਕੇ ਨਾਮ ਕੀ ਵਡਿਆਈ। ਹਰੀ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਦੀ ਵਡਿਆਈ ਵੱਡੀ ਹੈ। ਹਰ ਕੇ ਨਾਮ ਕੀ ਵਡਿਆਈ। ਹਰੀ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਨਾਮ ਦੀ ਵਡਿਆਈ ਵੱਡੀ ਹੈ। ਆਠ ਪਹਿਰ ਗੁਣ ਗਾਈ। ਅਠੇ ਪਹਿਰ ਨਿਰੰਤਰ ਇੱਕ ਰਸ। ਨਿਰੰਕਾਰ ਵਾਹਿਗੁਰੂ ਪਰਮੇਸ਼ਰ ਦੇ ਗੁਣਾਂ ਨੂੰ ਗਾਓ। ਅਠੇ ਪਹਿਰ ਇੱਕ ਰਸ ਨਿਰੰਤਰ। ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦੇ ਗੁਣਾਂ ਨੂੰ ਗਾਇਨ ਕਰੋ। ਗੁਰ ਪੂਰੇ ਤੇ ਪਾਈ। ਇਹ ਭਾਈ ਅਠੇ ਪਹਿਰ ਗੁਣ ਗਾਇਨ ਕਰਨ ਦੀ ਅਵਸਥਾ ਵੀ ਗੁਰੂ ਪੂਰੇ ਤੋਂ ਪ੍ਰਾਪਤ ਹੁੰਦੀ ਹੈ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪੂਰੇ ਗੁਰੂ ਤੋਂ ਬਿਨਾਂ ਅਠੇ ਪਹਿਰ ਨਿਰੰਕਾਰ ਪਰਮੇਸ਼ਰ ਦੇ ਗੁਣ ਗਾਇਨ ਕਰਨ ਦੀ ਅਵਸਥਾ ਪ੍ਰਾਪਤ ਨਹੀਂ ਹੁੰਦੀ। ਜਿਨ੍ਹਾਂ ਤੇ ਗੁਰੂ ਸਾਹਿਬ ਦਾ ਤਰਸ ਵਰਤਦਾ, ਜਿਨ੍ਹਾਂ ਤੇ ਸਤਿਗੁਰੂ ਜੀ ਮਿਹਰਾਮਤ ਕਰਦੇ ਨੇ, ਕਿਰਪਾ ਦੇ ਘਰ ਵਿੱਚ ਆਉਂਦੇ ਐ, ਉਹ ਫਿਰ ਅਠੇ ਪੈਰ ਨਿਰੰਤਰ ਉਸ ਨਿਰੰਕਾਰ ਵਿਧਾਤੇ ਦੇ ਗੁਣਾਂ ਨੂੰ ਗਾਇਨ ਕਰਦੇ ਹਨ। ਰਹਾਉ। ਰਹਾਉ ਮਤਲਬ ਵਿਸ਼ਰਾਮ ਦੇ ਕੇ, ਟਿਕਾ ਦੇ ਕੇ। ਜਿਹੜਾ ਇਹ ਰਹਾਉ ਹੈ ਨਾ ਮਹਾਰਾਜ ਜੀ ਦੇ ਸ਼ਬਦਾਂ ਵਿੱਚ, ਇਹ ਬੜੇ ਕਮਾਲ ਦੀ ਸੇਧ ਦਿੰਦਾ ਹੈ। ਸ਼ਬਦ ਦੇ ਵਿੱਚ ਰਹਾਉ ਦਾ ਮਤਲਬ ਹੁੰਦਾ ਠਹਿਰਾਓ, ਵਿਸ਼ਰਾਮ। ਇੱਥੇ ਤੱਕ ਪਹਿਲਾਂ ਵਿਰਾਮ ਦਿਓ, ਵਿਚਾਰੋ ਕੀ ਕਿਹਾ ਗਿਆ। ਮਨੁੱਖੀ ਜ਼ਿੰਦਗੀ ਵਿੱਚ ਵੀ ਠਹਿਰਾਓ ਜ਼ਰੂਰੀ ਹੈ। ਦਿਨ ਰਾਤ ਮਸ਼ੀਨ ਬਣ ਕੇ ਦੌੜੇ ਰਹਿਣਾ, ਭੱਜੇ ਰਹਿਣਾ, ਸੱਜੇ ਖੱਬੇ, ਆ ਵੀ ਕਰ ਲੋ, ਉਹ ਵੀ ਕਰ ਲੋ, ਉਧਰ ਚਲੇ ਜਾਓ, ਉਧਰ ਚਲੇ ਜਾਓ। ਕੀ ਮਨੁੱਖ ਦੀ ਜ਼ਿੰਦਗੀ ਇੱਕ ਮਸ਼ੀਨ ਵਾਂਗੂ ਨਹੀਂ ਹੋ ਗਈ? ਸ਼ਾਇਦ ਮਸ਼ੀਨਾਂ ਵੀ ਕਿਸੇ ਸਮੇਂ ਜਾ ਕਰਕੇ ਕੁਝ ਸਮੇਂ ਲਈ ਥੰਮਦੀਆਂ ਹੋਣਗੀਆਂ। ਮਨੁੱਖ ਦੀ ਸੁਰਤ ਤਾਂ ਕਿਤੇ ਟਿਕਦੀ ਨਹੀਂ ਹੈ, ਲਗਾਤਾਰ ਨਿਰੰਤਰ ਚੱਲ ਰਹੀ। ਸੁੱਤੇ ਪਿਆ ਸੁਪਨਿਆਂ ਦੇ ਵਿੱਚ ਵੀ ਭੱਜੀ ਜਾਂਦੀ। ਤਾਂ ਗੁਰੂ ਪਾਤਸ਼ਾਹ ਨੇ ਸਾਡੇ ਤੇ ਬੜਾ ਤਰਸ ਕੀਤਾ। ਸਾਨੂੰ ਸਾਡੇ ਸਾਹਿਬ ਨੇ ਜੋ ਵੀ ਦਿੱਤਾ ਨਾ, ਬੜੇ ਕਮਾਲ ਦਾ ਦਿੱਤਾ ਹੈ, ਉਹਦਾ ਕੋਈ ਮੁੱਲ ਨਹੀਂ ਹੈ। ਦੁਨੀਆ ਤਰਸਦੀ ਹੈ, ਉਹਨਾਂ ਨੂੰ ਨਹੀਂ ਮਿਲਿਆ। ਦੇਵਤੇ ਵੀ ਤਰਸਦੇ ਨੇ, ਉਹਨਾਂ ਨੂੰ ਨਹੀਂ ਮਿਲਿਆ ਜੋ ਸਾਨੂੰ ਗੁਰੂ ਨਾਨਕ ਸਾਹਿਬ ਨੇ ਦਿੱਤਾ ਹੈ। ਪਾਤਸ਼ਾਹ ਨੇ ਵੇਖਿਆ ਮੇਰੇ ਸਿੱਖ ਗ੍ਰਸਤੀ ਵੀ ਨੇ, ਗ੍ਰਸਤੀਆਂ ਨੇ ਆਪਣੇ ਕੰਮ ਧੰਦੇ ਵੀ ਕਰਨੇ, ਕਾਰਾਂ ਵਿਹਾਰਾਂ ਵਿੱਚ ਵੀ ਪ੍ਰਵਿਰਤ ਹੋਣਾ, ਜ਼ਿੰਮੇਵਾਰੀਆਂ ਵੀ ਨਿਭਾਉਣੀਆਂ। ਪਰ ਜੇ ਲਗਾਤਾਰ ਇਸੇ ਮਸ਼ੀਨ ਦੇ ਵਿੱਚ ਮਸ਼ੀਨ ਬਣ ਕੇ ਚੱਲੀ ਜਾਵੇ ਤਾਂ ਵੀ ਯੋਗ ਨਹੀਂ। ਗੁਰੂ ਪਾਤਸ਼ਾਹ ਨੇ ਤਰਸ ਕੀਤਾ, ਮੇਰੇ ਸਿੱਖ ਦੇ ਜੀਵਨ ਵਿੱਚ ਵੀ ਠਹਿਰਾਓ ਹੋਵੇ। ਸਤਿਗੁਰਾਂ ਨੇ ਤਰਸ ਕਰਕੇ ਸਾਨੂੰ ਅੰਮ੍ਰਿਤ ਵੇਲੇ ਦੀ ਦਾਤ ਪ੍ਰਦਾਨ ਕੀਤੀ ਹੈ। 24 ਘੰਟਿਆਂ ਦੇ ਉਸ ਸਮੇਂ ਦੇ ਸਰਕਲ ਦੌਰਾਨ ਜਿਹੜੇ ਸਾਡੀ ਜ਼ਿੰਦਗੀ ਦਾ ਰਹਾਓ ਹੈ,
ਉਹ ਅੰਮ੍ਰਿਤ ਵੇਲਾ ਹੈ। ਠਹਿਰਾਓ। ਸੁਬਹ ਸੂਰਿਆ ਉਦੇ ਹੋਣ ਤੋਂ ਕੁਝ ਸਮਾਂ ਪਹਿਲਾਂ ਉੱਠ ਜਾਣਾ, ਉੱਠ ਕੇ ਨਿਤਨੇਮ ਕਰਨਾ, ਸਾਧਨਾ ਕਰਨੀ, ਕੁਝ ਸਮੇਂ ਲਈ ਇਕਾਂਤ ਵਿੱਚ ਸ਼ਾਂਤਮਈ ਮਾਹੌਲ ਵਿੱਚ ਬੈਠਣਾ। ਉਹਦੇ ਵਰਗਾ ਰਸ, ਉਹਦੇ ਵਰਗਾ ਆਨੰਦ ਤੁਸੀਂ ਦੁਨੀਆ ਦੇ ਕਿਸੇ ਵੀ ਬਾਜ਼ਾਰ ਦੇ ਵਿੱਚੋਂ ਵੱਡੀ ਤੋਂ ਵੱਡੀ ਕੀਮਤ ਤਾਰ ਕੇ ਵੀ ਖਰੀਦ ਨਹੀਂ ਸਕਦੇ। ਏਡੀ ਵੱਡੀ ਦਾਤ ਸਤਿਗੁਰੂ ਜੀ ਨੇ ਦਿੱਤੀ ਹੈ। ਇਹ ਉਹੀ ਜਾਣਨਗੇ ਜੋ ਅੰਮ੍ਰਿਤ ਵੇਲੇ ਦੇ ਵਪਾਰੀ ਨੇ। ਹੀਰਿਆਂ ਦਾ ਮੁੱਲ ਜੌਹਰੀ ਜਾਣ ਸਕਦਾ, ਬਾਂਦਰ ਨੂੰ ਫੜਾ ਦਿਓ ਉਹਦੇ ਵਾਸਤੇ ਉਹਦੀ ਕੋਈ ਕੀਮਤ ਨਹੀਂ। ਜਿਨ੍ਹਾਂ ਨੇ ਉੱਠਣਾ ਹੀ 2-2 ਨੇਜੇ ਸੂਰਜ ਚੜ੍ਹਿਆ, ਉਹਨਾਂ ਨੂੰ ਕੀ ਪਤਾ ਅੰਮ੍ਰਿਤ ਵੇਲੇ ਦੀ ਮਹੱਤਤਾ ਕੀ ਹੈ, ਕਿ ਅੰਮ੍ਰਿਤ ਵੇਲੇ ਦਾ ਮਹਾਤਮ ਕੀ ਹੈ। ਜਿਨ੍ਹਾਂ ਨੂੰ ਇਸ ਮਹਾਤਮ ਦਾ ਪਤਾ, ਉਹ ਤਾਂ ਰਾਤ ਨੂੰ ਵੀ ਕਹਿੰਦੇ ਛੇਤੀ ਪਓ ਭਾਈ, ਸਵੇਰੇ ਅੰਮ੍ਰਿਤ ਵੇਲੇ ਦਾ ਸੰਭਾਲ ਕਰਨੀ। ਸੌਣ ਤੋਂ ਪਹਿਲਾਂ ਵੀ ਚਾਅ ਹੁੰਦਾ ਸੁਬਹ ਉੱਠਣ ਦਾ। ਚੌਥਾ ਪਹਿਰ ਸਬਾਹ ਕੈ ਸੁਰਤਿਆਂ ਉਪਜਿਆ ਚਾਓ। ਚੌਥੇ ਪਹਿਰ ਸੁਰਤਿਆਂ ਨੂੰ, ਆ ਸ੍ਰੇਸ਼ਟ ਬਿਰਤੀ ਵਾਲਿਆਂ ਨੂੰ ਚਾਅ ਜਾਗਦਾ, ਤੇ ਚਾਅ ਜਾਗਦਾ ਤੇ ਅੰਮ੍ਰਿਤ ਵੇਲੇ ਉੱਠ ਕੇ ਪਹਿਲਾਂ ਇਸ਼ਨਾਨ ਪਾਨ ਨਾਲ ਪ੍ਰੇਮ ਕਰਕੇ ਫਿਰ ਮਨ ਤੇ ਮੁਖ ਵਿੱਚ ਪਰਮੇਸ਼ਰ ਦਾ ਚਿੰਤਨ ਕਰਦੇ। ਰਹਾਓ, ਇੱਥੇ ਵੀ ਰਹਾਓ ਆਇਆ, ਠਹਿਰਾਓ ਦੇ ਕੇ, ਵਿਸ਼ਰਾਮ ਦੇ ਕੇ ਚੱਲੋ ਜੀ। ਪ੍ਰਭ ਕੀ ਅਕਥ ਕਹਾਣੀ, ਮੇਰੇ ਪ੍ਰਭੂ ਦੀ ਕਹਾਣੀ ਅਕਥ ਹੈ, ਉਹ ਕਥਨ ਵਿੱਚ ਨਹੀਂ ਆਉਂਦੀ। ਨਹੀਂ ਆਉਂਦੀ ਕਥਨ ਵਿੱਚ ਤੇ ਫਿਰ ਕਿਉਂ ਕਥਾਵਾਂ ਹੋ ਰਹੀਆਂ ਨੇ? ਕਿਉਂ ਬੜੇ ਬੜੇ ਕਥਾਕਾਰ ਕਥਾ ਕਰ ਰਹੇ ਨੇ? ਜੇ ਉਹ ਕਹਾਣੀ ਉਹਦੀ ਅਕਥ ਹੈ, ਕਥਨ ਵਿੱਚ ਆਉਂਦੀ ਹੀ ਨਹੀਂ, ਤੇ ਕਿਉਂ ਕਥਿਆ ਜਾਂਦਾ? ਫਿਰ ਤਾਂ ਇਹ ਕਥਨਾ ਬੰਦ ਹੋ ਜਾਣਾ ਚਾਹੀਦਾ। ਉਹ ਤਾਂ ਕਥਨਾ ਕਰੜਾ ਸਾਰ ਹੈ। ਇਹ ਕਥਨ ਤਾਂ ਹੋ ਰਿਹਾ ਹੈ ਕਿ ਉਸ ਨੂੰ ਕਥਨ ਕਰਦਿਆਂ ਕਰਦਿਆਂ, ਉਸ ਦੀਆਂ ਵਡਿਆਈਆਂ ਕਰਦਿਆਂ ਕਰਦਿਆਂ ਉਹਦੇ ਗੁਣ ਉਹ ਸਾਡੇ ਹਿਰਦੇ ਵਿੱਚ ਆ ਕੇ ਵਸ ਜਾਣ। ਕੇਵਲ ਇਸ ਲਈ ਹੈ, ਅੰਤ ਪਾਉਣ ਲਈ ਨਹੀਂ। ਜੇ ਕੋਈ ਅੰਤ ਪਾਉਣ ਲਈ ਕਥਨ ਕਰਨਾ ਚਾਹੇ, ਮੈਂ ਦਾਵਾ ਕਰਾਂ ਜੋ ਮੈਂ ਗੁਰਬਾਣੀ ਦੀ ਕਥਾ ਕਰ ਰਿਹਾ, ਜੋ ਮੈਂ ਕਹਿ ਦਿੱਤਾ ਇਹ ਸਹੀ ਹੈ, ਤਾਂ ਇਹ ਸਭ ਤੋਂ ਵੱਡੀ ਮੂਰਖਤਾ ਹੋਵੇਗੀ। ਜੋ ਕਹਿ ਦਿੱਤਾ ਮੇਰਾ ਇਹ ਕਿਹਾ ਅੰਤਲਾ ਸੱਚ ਹੈ, ਤਾਂ ਇਹ ਮੂਰਖਤਾ ਹੋਵੇਗੀ। ਜਿਤਨੀ ਕਿਸੇ ਦੀ ਸੁਰਤ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਚੀ ਲੈ ਕੇ ਜਾਂਦੇ ਆ, ਉਤਨੇ ਢੰਗ ਦੇ ਨਾਲ ਉਹ ਗੱਲ ਕਹਿ ਲੈਂਦਾ। ਇਸ ਕਰਕੇ ਦਾਵਾ ਨਹੀਂ ਕੋਈ ਕਰ ਸਕਦਾ। ਉਹ ਸੰਪੂਰਨ ਰੂਪ ਵਿੱਚ ਕਥਨ ਵਿੱਚ ਨਹੀਂ ਆਉਂਦਾ। ਉਹ ਵਾਹਿਗੁਰੂ ਅਕਥ ਹੈ, ਮੇਰੇ ਪ੍ਰਭੂ ਦੀ ਕਹਾਣੀ ਅਕਥ ਹੈ। ਜਨ ਬੋਲ ਹੈ ਅੰਮ੍ਰਿਤ ਬਾਣੀ, ਰੱਬ ਦੇ ਪਿਆਰੇ ਜਿਹੜੇ ਜਨ ਹਨ, ਉਹ ਆਪਣੀ ਰਸਨਾ ਤੋਂ ਉਸ ਵਾਹਿਗੁਰੂ ਦੀ ਅੰਮ੍ਰਿਤ ਬਾਣੀ ਨੂੰ ਬੋਲਦੇ ਹਨ। ਅੰਮ੍ਰਿਤ ਬਾਣੀ, ਨਿਰੰਕਾਰ ਦੀ ਅੰਮ੍ਰਿਤ ਬਾਣੀ, ਰੱਬ ਦੇ ਪਿਆਰਿਆਂ ਦੀ ਰਸਨਾ ਤੋਂ ਬੋਲੇ ਹੀ ਅੰਮ੍ਰਿਤ ਜਾਂਦਾ ਹੈ। ਉਹ ਜੋ ਕਹਿ ਦਿੰਦੇ ਆ ਨਾ, ਕੁਝ ਵੀ ਆਖਣ, ਕਿਸੇ ਨੂੰ ਜੇ ਕਠੋਰ ਸ਼ਬਦਾਂ ਵਿੱਚ ਵੀ ਆਖਣ, ਤਾਂ ਉਹਨਾਂ ਦੀ ਰਸਨਾ ਤੋਂ ਬੋਲੇ ਹੋਏ ਉਹ ਕਠੋਰ ਸ਼ਬਦ ਵੀ ਕਿਸੇ ਦਾ ਭਲਾ ਹੀ ਕਰਦੇ ਆ। ਉਹ ਰਸਨਾ ਤੋਂ ਜੋ ਬੋਲਣ ਅੰਮ੍ਰਿਤ ਹੀ ਹੈ, ਰੱਬ ਦੇ ਪਿਆਰੇ। ਉਹਦੇ ਚ ਕੋਈ ਨਾ ਕੋਈ ਸਾਰ ਹੁੰਦਾ, ਤੱਤ ਹੁੰਦਾ। ਏਦਾਂ ਨਹੀਂ ਹਵਾ ਭਰ ਦਿੱਤੀ ਛਾਤੀ ਚ ਤੇ ਕੱਢ ਦਿੱਤੀ। ਉਹਨਾਂ ਦੀ ਰਸਨਾ ਤੋਂ, ਰੱਬ ਦੇ ਪਿਆਰਿਆਂ ਦੀ ਜਨਾਂ ਦੀ ਰਸਨਾ ਤੋਂ ਬੋਲਿਆ ਹੋਇਆ ਹਰ ਇੱਕ ਵਾਕ ਮਹਾਵਾਕ ਹੁੰਦਾ। ਬੋਲਿਆ ਹੋਇਆ ਵਾਕ ਮਹਾਵਾਕ ਹੁੰਦਾ। ਉਹ ਕਿਸੇ ਦੇ ਜੀਵਨ ਨੂੰ ਵੀ ਬਦਲਣ ਦੀ ਸ਼ਕਤੀ ਰੱਖਦਾ, ਸਮਰੱਥਾ ਰੱਖਦਾ। ਇਸ ਕਰਕੇ ਪਾਤਸ਼ਾਹ ਕਹਿੰਦੇ ਰੱਬ ਦੇ ਪਿਆਰੇ ਜਨ ਆਪਣੀ ਰਸਨਾ ਤੋਂ ਅੰਮ੍ਰਿਤ ਬਾਣੀ ਬੋਲਦੇ ਹਨ। ਨਾਨਕ ਦਾਸ ਵਖਾਣੀ, ਧੰਨ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਪੰਜਵੇਂ ਪਾਤਸ਼ਾਹ ਜੀ ਮਹਾਰਾਜ ਜੀ ਫਰਮਾਉਂਦੇ ਹਨ ਕਿ ਮੈਂ ਵਾਹਿਗੁਰੂ ਪਰਮੇਸ਼ਰ ਦਾ ਦਾਸ ਹਾਂ, ਤੇ ਰੱਬ ਦੇ ਪਿਆਰਿਆਂ ਦੀ ਉਚਾਰੀ ਬਾਣੀ ਨੂੰ ਮੈਂ ਵੀ ਰਸਨਾ ਤੋਂ ਵਖਾਣਦਾ ਹਾਂ, ਉਚਾਰਦਾ ਹਾਂ।
ਜੋ ਮਹਾਂਪੁਰਸ਼ਾਂ ਨੇ ਉਚਾਰਿਆ ਭਗਤ ਬਾਣੀ ਹੈ, ਸਤਿਗੁਰਾਂ ਦੀ ਬਾਣੀ ਹੈ। ਇਸ ਬਾਣੀ ਨੂੰ ਆਪਣੀ ਰਸਨਾ ਤੋਂ ਵਖਾਣਦਾ ਹਾਂ। ਗੁਰ ਪੂਰੇ ਤੇ ਜਾਣੀ। ਮੈਂ ਜੋ ਕੁਝ ਵਖਿਆਨ ਕਰ ਰਿਹਾ, ਬੋਲ ਰਿਹਾ, ਪੰਜਵੇਂ ਪਾਤਸ਼ਾਹ ਕਹਿੰਦੇ ਮੈਂ ਆਪਣੇ ਪੂਰੇ ਗੁਰੂ ਤੋਂ ਜੋ ਜਾਣਿਆ ਹੈ ਉਹ ਬੋਲ ਰਿਹਾ। ਜੋ ਮੈਂ ਜਾਣਿਆ ਹੈ ਆਪਣੇ ਪੂਰੇ ਗੁਰੂ ਕੋਲੋਂ ਉਹ ਬੋਲ ਰਿਹਾ ਹਾਂ। ਜੋ ਸਤਿਗੁਰੂ ਜੀ ਬੁਲਾ ਰਹੇ ਨੇ ਉਹ ਬੋਲ ਰਿਹਾ ਹਾਂ।